आइए परमेश्वर के कलाम की बात चलते हैं। मेरा ना करिए लूका दी अंजील लूका रची सुसमाचार ओदा 24 अध्याय ओदी 5 आयत तो पढ़िए। लूका दी अंजील 24 अध्याय ओदी 5 आयत तो पढ़िए। कोई जाओ डरदियां ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਹਨਾਂ ਇਹਨਾਂ ਨੂੰ ਆਖਿਆ, ਅਸੀਂ ਜਿਉਂਦੇ ਨੂੰ ਮੋਇਆਂ ਵਿੱਚੋਂ ਕਿਉਂ ਭਾਲਦੀਆਂ ਹੋ। हाँ, ਜਦੋਂ प्रभु यीशु मसीह ਨੂੰ ਸਲੀਬ ਦਿੱਤੀ ਗਈ और प्रभु ने अपना प्राण परमेश्वर के हवाले किया, अपनी जान परमेश्वर के हवाले की और उस तो बाद ओदी डेड बॉडी ਨੂੰ एक कबर ਦੇ ਵਿੱਚ ਰੱਖਿਆ ਗਿਆ। ਜਦੋਂ ਇਹ ਕਬਰ ਦੇ ਵਿੱਚ ਰੱਖਿਆ ਗਿਆ ਤਾਂ ਕੁਝ ਭੈਣਾਂ ਨੂੰ ਉਹਦਾ ਪਿਆਰ ਯਾਦ ਆਇਆ। ਇਹਦੀ ਇੱਕ ਐਤ ਤੋਂ ਪੜ੍ਹੀਏ, 24 ਦੀ ਇੱਕ ਐਤ ਤੋਂ ਕਲੀਅਰ ਹੋ ਜਾਊਗੀ ਗੱਲ ਥੋੜੀ। ਹਰ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਹਨਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈ ਕੇ ਕਬਰ ਉੱਤੇ ਆਈਆਂ ਅਤੇ ਉਹਨਾਂ ਨੇ ਪੱਥਰ ਨੂੰ ਕਬਰੋਂ ਲਾਂਬੇ ਰਿੜਿਆ ਪਿਆ ਹੋਇਆ ਡਿੱਠਾ। मरियम मगदलीनी और दूसरी मरियम ये भैणा परमेश्वर ਨੂੰ ਲੱਭਦੀਆਂ ਉਹਦੀ ਕਬਰ ਤੇ ਆਈਆਂ, ਸੁਗੰਧ द्रव लेके आईਆਂ और ਇਹ ਦੇਖਣਾ ਚਾਹੁੰਦੀਆਂ ਸੀ ਉਹਦੀ ਡੈਡ ਬੋਡੀ ਨੂੰ। और ਜਦੋਂ परमेश्वर ਦੇ ਉਸ ਕਬਰਸਤਾਨ ਤੇ ਪਹੁੰਚੀਆਂ ਤੇ ਇਹਨਾਂ ਨੇ ਜਿਹੜਾ ਪੱਥਰ ਅੱਗੇ ਰੱਖਿਆ ਸੀ ਉਹਨੂੰ ਹਟਾਇਆ ਹੋਇਆ ਦੇਖਿਆ। ਜਦੋਂ ਇਹਨਾਂ ਨੇ ਹਟਾਇਆ ਦੇਖਿਆ ਤੇ ਇਹ ਅੰਦਰ ਪ੍ਰਭੂ ਯਿਸੂ ਮਸੀਹ ਨੂੰ ਦੇਖਣ ਵਾਸਤੇ ਗਈਆਂ। ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ, ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦਾ ਪ੍ਰਚਾਰ ਔਰਤਾਂ ਨੇ ਕੀਤਾ। ਬੋਲੋ ਹਾਲੇਲੂਇਆ। ਉਹਨਾਂ ਨੇ ਉਹਦੇ ਚੇਲਿਆਂ ਨੂੰ ਵੀ ਜਾ ਕੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਹੋ ਚੁੱਕੇ ਆ। ਆਗੇ ਪੜ੍ਹੀਏ। ਅਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ। हाँ पढ़ो पढ़ो। ਅਤੇ ਉਹ ਹੋਇਆ ਕਿ ਜਾਂ ਉਹ ਇਸ ਦੇ ਕਾਨ ਦੁੱਧਾਂ ਵਿੱਚ ਪਈਆਂ ਤਾਂ ਵੇਖੋ ਦੋ ਪੁਰਸ਼ ਚਮਕੀਲੀ ਪੋਸ਼ਾਕ ਪਹਿਨੇ ਉਹਨਾਂ ਦੇ ਕੋਲ ਆ ਖਲੋਤੇ। ਉੱਥੇ ਫਰਿਸ਼ਤੇ ਉਹਨਾਂ ਦੇ ਕੋਲ ਆ ਕੇ ਖੜੇ ਹੋ ਗਏ। ਜਦੋਂ ਉਹਦੀ ਲਾਸ਼ ਨੂੰ ਦੇਖਦੀਆਂ ਸੀ ਪਰ ਉਹਨਾਂ ਨੂੰ ਡੈਡ ਬੋਡੀ ਦਿਖੀ ਨਹੀਂ ਤੇ ਦੋ ਫਰਿਸ਼ਤੇ ਉਹਨਾਂ ਦੇ ਕੋਲ ਆ ਕੇ ਖੜੇ ਹੋਏ। ਹਾਂ, ਜਾਂ ਉਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ। ਉਹ ਡਰ ਗਈਆਂ ਤੇ ਆਪਣੇ ਆਪ ਨੂੰ ਜ਼ਮੀਨ ਤੱਕ ਝੁਕਾਉਣ ਲੱਗ ਪਈਆਂ। ਹਾਂ, ਤਾਂ ਉਹਨਾਂ ਇਹਨਾਂ ਨੂੰ ਆਖਿਆ ਤੇ ਉਹਨਾਂ ਸਵਰਗਦੂਤਾਂ ਨੇ ਇੱਕ ਗੱਲ ਆਖੀ ਇਹਨਾਂ ਨੂੰ, ਆ ਤੁਸੀਂ ਜਿਉਂਦੇ ਨੂੰ ਮੋਇਆਂ ਵਿੱਚ ਕਿਉਂ ਭਾਲਦੀਆਂ ਹੋ। ਬੋਲੋ ਹਾਲੇਲੂਇਆ। ਤੁਸੀਂ ਜੀਂਦੇ ਨੂੰ ਮੁਰਦਿਆਂ ਵਿੱਚ ਕਿਉਂ ਭਾਲਦੇ। ਅੱਜ ਆਪਾਂ ਇਸ ਲਾਈਨ ਤੇ ਥੋੜਾ ਜਿਹਾ ਗੌਰ ਕਰਾਂਗੇ। ਅੱਜ ਪੂਰੀ ਦੁਨੀਆ ਦੇ ਅੰਦਰ ਈਸਟਰ ਦਾ ਦਿਹਾੜਾ ਮਨਾਇਆ ਜਾ ਰਿਹਾ। ਇਸ ਗੱਲ ਨੂੰ ਯਾਦ ਕੀਤਾ ਜਾਂਦਾ ਕਿ ਸਾਡਾ ਸਵਰਗੀ ਪਿਤਾ ਜਿੰਦਾ ਹੋ ਚੁੱਕਾ ਹੈ। ਪ੍ਰਿਯੋ, ਅੱਜ ਦੇ ਦਿਨ ਯਿਸੂ ਮਸੀਹ ਇਹ ਨਹੀਂ ਕਿ ਹੁਣ ਮਰਿਆ ਸੀ। ਯਿਸੂ ਮਸੀਹ ਅੱਜ ਤੋਂ 2000 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਏ और उन्होंने सेवा की थी और क्रूस चक्की, अपनी जान दी, फिर तीसरे दिन मुर्दियां विचों जिंदा हो गया। तब परमेश्वर के स्वर्गदूतां ने उन्हां भैणां नूं इह गल आखी, तुसीं जींदे इंसान नूं मुर्दियां विचों क्यों भालदियां हो। आज लोग प्रभु यीशु मसीह नूं जानदे हो सकदे हन, आज लोग प्रभु यीशु मसीह दे बारे विच जानदे हन, आज लोग प्रभु यीशु मसीह दा प्रचार सुनदे हन, पर प्रियो परमेश्वर अगर किते रहिंदा है तो जिंदे लोकां दे विच रहिंदा, ना कि मरे हुए लोकां दे विच। बोलो हालेलुया। हर एक चर्च जाण वाला भैन भरा सच्चा विश्वासी नहीं हो सकता। हर एक चर्च जाने वाला ये नहीं कह सकता कि मैं जीता है। जीने की तस्वीर अलग आ, जीने इंसान की तस्वीर अलग आ। ओदे कोलों बुरियां गल्लां नजर नहीं आउंदियां, ओदे विचों सड़ियात नहीं आउंदी, ओदे विचों बुरियां गल्लां दी गंदी स्मैल नहीं आउंदी। ओ जीवित इंसान आ। और इन्हां स्वर्गदूतां ने कहा, हे भैणो, तुसी अगर लभदियां आ ते ओ जिंदा हो चुका आ, ओ मुर्दियां विचों चला गया। वो हुण इत्थे नहीं, वो हुण इत्थे नहीं। अज बहुत सारे विश्वासियों दे विच प्रभु नहीं हुंदा। वो कह सकदे कि मैं यीशु मसीह नूं जानदी हां जां जानदा हां, पर
ਉਹਦੇ ਵਿੱਚ ਪਰਮੇਸ਼ਵਰ ਹੈ ਜਾਂ ਨਹੀਂ, ਇਹ ਜ਼ਿਆਦਾ ਮੈਟਰ ਕਰਦਾ ਹੈ। ਕਿਉਂਕਿ ਮੁਰਦਿਆਂ ਵਿੱਚ ਪ੍ਰਭੂ, ਹੈਲੋ, ਮੁਰਦਿਆਂ ਵਿੱਚ ਪ੍ਰਭੂ ਨਹੀਂ ਵਸਦਾ, ਕਬਰਾਂ 'ਚ ਯਿਸੂ ਮਸੀਹ ਨਹੀਂ ਰਹਿੰਦੇ। ਕਿਉਂਕਿ ਕਬਰ 'ਚ ਉਹ ਕੀ ਹੋ ਗਿਆ? ਮੌਤ ਤੇ ਫਤਹ ਪਾਈ ਮੇਰੇ ਪ੍ਰਭੂ ਯਿਸੂ ਮਸੀਹ ਨੇ। ਮੌਤ ਵੀ ਉਹਨੂੰ ਆਪਣੇ ਕਬਜ਼ੇ ਵਿੱਚ ਨਹੀਂ ਕਰ ਸਕੀ, ਮੌਤ ਵੀ ਉਹਦੇ ਤੇ ਕੰਟਰੋਲ ਨਹੀਂ ਕਰ ਸਕੀ। ਅੱਜ ਲੋਕ ਕਬਰਾਂ ਦੇ ਉੱਤੇ ਜਗ੍ਹਾ ਬਣਾ ਕੇ ਪੂਜਦੇ ਹਨ, ਕਬਰਾਂ ਨੂੰ ਮੱਥਾ ਟੇਕਦੇ ਹਨ, ਕਿਉਂਕਿ ਉਹ ਮਰਿਆ, ਉੱਥੇ ਉਹਨੂੰ ਦਫਨਾਇਆ, ਔਰ ਲੋਕ ਅੱਜ ਵੀ ਉਹਨੂੰ ਉੱਥੇ ਲੱਭਣ ਪੂਜਣ ਜਾਂਦੇ ਆ। ਯਿਸੂ ਮਸੀਹ ਦੀ ਨਾ ਤੇ ਕਬਰ ਦੇ ਵਿੱਚ ਹੈ ਤੇ ਨਾ ਕਬਰ ਦੇ ਉੱਤੇ ਜਗ੍ਹਾ ਬਣਾਈ ਗਈ, ਨਾ ਕਬਰ ਨੂੰ ਮੱਥਾ ਟੇਕਿਆ ਜਾਂਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਉਸ ਕਬਰ ਵਿੱਚ ਨਹੀਂ। ਉਹ ਫਰਿਸ਼ਤੇ ਕਹਿੰਦੇ ਤੁਸੀਂ ਜੀਂਦੇ ਨੂੰ ਮੁਰਦਿਆਂ ਵਿੱਚੋਂ। ਅੱਜ ਬਹੁਤ ਲੋਕ ਆਪਣੇ ਆਪ ਨੂੰ ਇਦਾਂ ਸੋਚਦੇ ਆ ਕਿ ਇਹਦੇ ਵਿੱਚ ਵੀ ਪਰਮੇਸ਼ਰ ਹੋਊਗਾ, ਇਹਦੇ ਵਿੱਚ ਵੀ ਪਰਮੇਸ਼ਰ ਹੋਊਗਾ। ਉਹ ਛੇੜਨ ਤੋਂ ਬਾਅਦ ਪਤਾ ਲੱਗਦਾ ਕਿ ਇਹਦੇ ਵਿੱਚ ਪਰਮੇਸ਼ਵਰ ਨਹੀਂ। ਕਈ ਜਾਣਾ ਕਿ ਮੇਰੇ ਅੰਦਰ ਪਰਮੇਸ਼ਵਰ ਆ, ਉਹ ਗੱਲ ਅਲੱਗ ਆ, ਪਰ ਪਰਮੇਸ਼ਵਰ ਨੂੰ ਆਪਣੇ ਅੰਦਰ ਰੱਖਣਾ, ਔਰ ਜੋ ਕੁਝ ਅੰਦਰ ਆ ਉਹ ਬਾਹਰੋਂ ਚਿਹਰੇ ਤੋਂ ਵੀ ਨਜ਼ਰ ਆਉਂਦਾ ਹੈ। ਮੁਰਦਿਆਂ ਵਿੱਚੋਂ यीशु नहीं लभ्या जा सकता। पढ़िए मत्ती दी अंजील 28 अध्याय ਉਹਦੀ 19 आयत तो पढ़िए। इसलिए तुसी जाके सारियां कौमां ਨੂੰ ਚੇਲੇ ਬਣਾਓ ਅਤੇ ਉਹਨਾਂ ਜਦੋਂ ਪ੍ਰਭੂ ਯਿਸੂ ਮਸੀਹ ਜਿੰਦਾ ਹੋਏ ਤੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਜਦੋਂ ਮਿਲੇ ਤੇ ਕੀ ਹੁਕਮ ਦਿੱਤਾ? ਜਦੋਂ ਯਿਸੂ ਮਸੀਹ ਦੇ ਜੀਵਿਤ ਹੋਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਧਰਤੀ ਤੇ ਰਹੇ, ਕਿੰਨੇ ਦਿਨ ਰਹੇ? 40 दिन प्रभु यीशु मसीह धरती ते रहे और लोगों ਨੂੰ ਮਿਲਦੇ ਰਹੇ, ਆਪਣੇ ਚੇਲਿਆਂ ਨੂੰ ਵੀ ਮਿਲੇ। ਜਦੋਂ ਚੇਲਿਆਂ ਨੂੰ ਮਿਲੇ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਜੀਣ ਉੱਠਣ ਤੋਂ ਬਾਅਦ ਇੱਕ ਹੁਕਮ ਦਿੱਤਾ। ਕੀ ਦਿੱਤਾ ਉਹਨੇ? ਕੀ ਚੇਲਿਆਂ ਨੂੰ ਆਖਿਆ? ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਇਸ ਲਈ ਤੁਸੀਂ ਜਾਓ, ਜਾ ਕੇ ਸਾਰੀਆਂ ਕੌਮਾਂ ਨੂੰ ਕੀ ਬਣਾਓ? ਕੀ ਬਣਾਓ? ਚੇਲੇ ਬਣਾਓ। ਹੁਣ ਚੇਲੇ ਬਣਾਉਣ ਵਾਸਤੇ ਪਰਮੇਸ਼ਵਰ ਨੇ ਹਦਾਇਤ ਦਿੱਤੀ। ਚੇਲਾ ਇਸ ਕਰਕੇ ਪ੍ਰਭੂ ਨੇ ਕਿਹਾ ਚੇਲਾ ਬਣਾਓ, ਕਿਉਂਕਿ ਚੇਲਾ ਆਪਣੇ ਗੁਰੂ ਕੋਲੋਂ ਸਿੱਖਦਾ ਹੈ। ਚੇਲਾ ਆਪਣੇ ਗੁਰੂ ਦੇ ਪਦ ਚਿੰਨ੍ਹਾਂ ਤੇ ਚੱਲਦਾ ਆ। ਚੇਲਾ ਆਪਣੇ ਗੁਰੂ ਦੀ ਸਿਖਾਈ ਹੋਈ ਗੱਲ ਤੇ ਚੱਲਦਾ ਆ। ਚੇਲਾ ਆਪਣੇ ਗੁਰੂ ਦਾ ਆਦਰ ਵੀ ਕਰਦਾ ਹੈ। ਜੇ ਚੇਲਾ ਹੋਵੇਗਾ ਤੇ ਆਪਣੇ ਗੁਰੂ ਦਾ ਕੀ ਕਰੂਗਾ? ਆਦਰ ਕਰੂਗਾ। ਤੇ ਜੇ ਚੇਲਾ ਨਹੀਂ ਹੋਇਆ ਤੇ ਆਪਣੇ ਗੁਰੂ ਦਾ ਆਦਰ ਨਹੀਂ ਕਰੂਗਾ। ਅੱਗੇ ਪੜ੍ਹੀਏ। ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਉਹਨਾਂ ਨੂੰ ਕੀ ਕਰੋ? ਜਾ ਕੇ ਪਿਤਾ, ਪੁੱਤਰ ਤੇ ਪੁੱਤਰ ਆਤਮਾ ਦੇ ਨਾਮ ਵਿੱਚ। ਅੱਜ ਪਰਮੇਸ਼ਵਰ ਉਹਨਾਂ ਵਿੱਚ ਵਾਸ ਕਰਦਾ ਜਿਹੜੇ ਚੇਲੇ। किना विश्वास करता? परमेश्वर। क्योंकि चेले अपने परमेश्वर की शिक्षा ते चलते आ, अमल करते आ ते ओ खड़े रहते आ। ओ अपने आप नू आत्मा दे विच मारदे नहीं बल्कि जिंदा रखते आ कि हुण मेरे अंदर मेरा खुदा जीवित आ और ओदियां गल्लां मेरे विच वास करदियां। क्योंकि हुण परमेश्वर मुर्दियां विच नहीं, हुण परमेश्वर जीवित लोकां दे अंदर रहंदा है। ਉਹ ਵਿਸ਼ਵਾਸੀ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਜਿੰਦਾ ਆ, ਉਹ ਵਿਸ਼ਵਾਸੀ ਜਿਹੜੇ ਪਰਮੇਸ਼ਵਰ ਦੀ ਕਲਾਮ ਦੇ ਉੱਤੇ ਆਪਣਾ ਜੀਵਨ ਬਸਰ ਕਰਦੇ ਆ, ਉਹ ਵਿਸ਼ਵਾਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਸਮਰਪਣ ਕਰ ਦਿੱਤਾ ਹੋਇਆ। ਜਿਹੜਾ ਚੇਲਾ ਆ ਉਹ ਪਰਮੇਸ਼ਵਰ ਦੀ ਸਿੱਖਿਆ ਤੇ ਅਮਲ ਕਰਦਾ ਹੈ। ਤਾਂ ਹੀ ਪਰਮੇਸ਼ਵਰ ਨੇ ਚੇਲਾ ਕਿਹਾ ਜਾਓ, ਜਾ ਕੇ ਦੁਨੀਆ 'ਚ ਪ੍ਰਚਾਰ ਕਰੋ ਤੇ ਕੀ ਬਣਾਓ? ਜਿਹੜੀਆਂ ਭੈਣਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ ਕਿ ਜਿੰਦਾ ਹੋ ਗਿਆ ਹੈ, ਮੈਸੇਜ ਸੁਣਿਆ, ਉਹਨਾਂ ਨੇ ਕੀ ਕੀਤਾ? ਜਾ ਕੇ ਬੋਲਦੇ ਨਹੀਂ, ਉਹਨਾਂ ਨੇ ਕੀ ਕੀਤਾ? ਸਾਰਿਆਂ ਨੂੰ ਜਾ ਕੇ ਦੱਸਿਆ ਤੇ ਪ੍ਰਚਾਰ ਕੀਤਾ। ਤੇ ਅੱਜ ਦੀਆਂ ਭੈਣਾਂ ਕੀ ਕਰਦੀਆਂ? ਕੁਛ ਨਹੀਂ ਕਰਦੀਆਂ। ਅੱਜ ਦੀਆਂ ਭੈਣਾਂ ਸਿਰਫ ਆਪਣੇ ਘਰਾਂ ਦੇ ਕੰਮ ਕਰਦੀਆਂ, ਉਸ ਤੋਂ ਬਾਅਦ ਉਹਨਾਂ ਕੋਲੋਂ ਕੋਈ ਸਮਾਂ ਨਹੀਂ। ਤੇ ਇਹ ਭੈਣਾਂ ਦਾ ਵੀ ਪਰਿਵਾਰ ਸੀ, ਇਹ ਭੈਣਾਂ ਵੀ ਕਰਦੀਆਂ ਹੋਣਗੀਆਂ, ਪਰ ਸਾਰਾ ਕੁਝ ਛੱਡ ਗਈ। ਕਿਉਂਕਿ ਇਹ ਇਸ ਕਰਕੇ ਦੌੜੀਆਂ ਗਈਆਂ, ਤੜਕਸਾਰ ਗਈਆਂ
ਇਸ ਕਰਕੇ ਦੌੜੀਆਂ ਗਈਆਂ ਕਿਉਂਕਿ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਸੀ? ਪਿਆਰ ਸੀ। ਇਹਨਾਂ ਦੇ ਅੰਦਰ ਚੈਨ ਨਹੀਂ ਸੀ ਕਿ ਅਸੀਂ ਜਾ ਕੇ ਉਹਨੂੰ ਮਿਲ ਲਈਏ, ਉਹਨੂੰ ਦੇਖ ਲਈਏ, ਉਹਦੇ ਬਾਰੇ ਦੇਖੀਏ ਉਹ ਕਿੱਥੇ ਆ, ਉਹਦੀ ਲਾਸ਼ ਕਿੱਥੇ ਆ। ਪਰ ਜਦੋਂ ਉਹਨਾਂ ਨੂੰ ਇਹ ਪਤਾ ਚੱਲਿਆ ਯਿਸੂ ਮਸੀਹ ਜਿੰਦਾ ਆ ਤਾਂ ਰਸਤੇ 'ਚ ਖੁਦਾ ਇਹਨਾਂ ਨੂੰ ਦਰਸ਼ਨ ਵੀ ਦਿੱਤੇ। ਬੋਲੋ ਹਾਲੇਲੂਇਆ। ਜਦੋਂ ਸਾਡੇ ਅੰਦਰ ਚਾਹਨਾ ਹੁੰਦੀ ਆ, ਜਦੋਂ ਅਸੀਂ ਪਰਮੇਸ਼ਵਰ ਦਾ ਕੰਮ ਕਰਨਾ ਚਾਹੁੰਦੇ ਆ, ਜਦੋਂ ਅਸੀਂ ਜੀਵਿਤ ਰਹਿ ਕੇ ਪਰਮੇਸ਼ਵਰ ਦੇ ਵਿੱਚ ਚੱਲਦੇ ਆ ਤਾਂ ਪਰਮੇਸ਼ਵਰ ਸਾਨੂੰ ਦਰਸ਼ਨ ਵੀ ਦਿੰਦੇ ਆ। ਬੋਲੋ ਹਾਲੇਲੂਇਆ। ਅੱਜ ਦੀਆਂ ਭੈਣਾਂ, ਅੱਜ ਦੇ ਭਾਈ ਕੀ ਕੰਮ ਕਰਦੇ? ਕੁਝ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਸਮਾਂ ਨਹੀਂ ਆ, ਉਹਨਾਂ ਕੋਲ ਵੇਲ ਨਹੀਂ ਆ ਕਿ ਉਹ ਪਰਮੇਸ਼ਵਰ ਦਾ ਕੰਮ ਕਰਨ। ਜਾਓ ਜਾ ਕੇ ਮੇਰਾ ਕੀ ਕਰੋ? ਪ੍ਰਚਾਰ ਕਰੋ ਤੇ ਕੌਮਾਂ ਨੂੰ ਕੀ ਬਣਾਓ? ਚੇਲਾ ਬਣਾਓ ਤੇ ਉਹਨਾਂ ਨੂੰ ਪਿਤਾ, ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਚੇਲਾ ਬਣੂਗਾ ਤੇ ਮਸੀਹ ਰਹੂਗਾ। ਜੇ ਚੇਲਾ ਹੀ ਨਹੀਂ ਤੇ ਮਸੀਹ ਅੰਦਰ ਨਹੀਂ ਰਹੂਗਾ। एक लाइन और पढ़ो, यूहन्ना की इंजील 15 अध्याय की 7 आयत। यूहन्ना 15 की 7। जे तुसी मेरे विच रहो अते मेरियां गल्लां तुहाडे विच रहन। नंबर 1 ਜਿਹਦੇ ਵਿੱਚ ਪ੍ਰਭੂ ਰਹਿੰਦੇ ਆ। ਕਿਹਦੇ ਵਿੱਚ ਪ੍ਰਭੂ ਰਹਿਣਾ ਚਾਹੁੰਦੇ ਆ? ਕਿਹਦੇ ਵਿੱਚ ਪਰਮੇਸ਼ਵਰ ਹੈ? ਕਬਰਾਂ ਵਿੱਚ ਨਹੀਂ ਆ, ਮਰੇ ਹੋਇਆਂ ਵਿੱਚ ਨਹੀਂ ਆ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। ਬੋਲੋ ਹਾਲੇਲੂਇਆ। ਜੇ ਤੁਸੀਂ ਮੇਰੇ ਪਿੱਛੇ ਬੋਲੋ, ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੇ ਜੋ ਕੁਝ ਤੁਸੀਂ ਮੰਗੋ ਹੋ ਕੀ ਹੋਗਾ? ਨਹੀਂ ਪੂਰਾ ਹੋ ਜਾਏਗਾ। ਬੋਲੋ ਹਾਲੇਲੂਇਆ। ਅੱਜ ਲੋਕ ਲੱਭਦੇ ਆ ਚੀਜ਼ਾਂ ਵਸਤੂਆਂ ਨੂੰ, ਅੱਜ ਲੋਕ ਲੱਭਦੇ ਆ ਚੰਗਿਆਈ ਨੂੰ, ਅੱਜ ਲੋਕ ਲੱਭਦੇ ਆ ਕਿਸੇ ਬਰਕਤ ਨੂੰ। ਸਾਨੂੰ ਬਰਕਤ ਨੂੰ ਲੱਭਣ ਦੀ ਲੋੜ ਨਹੀਂ ਆ, ਸਾਨੂੰ ਚੰਗਿਆਈ ਨੂੰ ਲੱਭਣ ਦੀ ਲੋੜ ਨਹੀਂ ਆ, ਕਰਜ਼ੇ ਤੋਂ ਮੁਕਤ ਹੋ ਜਾਈਏ ਲੱਭਣ ਦੀ ਲੋੜ ਨਹੀਂ ਆ। ਸਿਰਫ ਉਹਨੂੰ ਆਪਣੇ ਵਿੱਚ ਰੱਖਣਾ ਹੈ ਤੇ ਉਹਦੀਆਂ ਗੱਲਾਂ ਨੂੰ ਆਪਣੇ ਵਿੱਚ ਰੱਖਣਾ। ਉਹ ਕਹਿੰਦਾ ਜੋ ਤੁਸੀਂ ਚਾਹੋ ਤੁਹਾਡੇ ਲਈ। ਬੋਲੋ ਹਾਲੇਲੂਇਆ। ਉਹ ਕਹਿੰਦੇ ਚਲੀਆਂ ਜਾਓ ਭੈਣੋ, ਇੱਥੇ ਕਿੱਥੇ ਲੱਭਦੀਆਂ? ਚਲੀਆਂ ਜਾਓ। ਉਹ ਹੁਣ ਮਰਿਆ ਨਹੀਂ, ਉਹ ਹੁਣ ਕੀ ਆ? ਤੁਹਾਡਾ ਪਰਮੇਸ਼ਵਰ ਮਰਿਆ ਨਹੀਂ ਹੈ, ਤੁਹਾਡਾ ਪਰਮੇਸ਼ਵਰ ਜਿੰਦਾ ਹੈ। ਤੁਹਾਡਾ ਪਰਮੇਸ਼ਵਰ ਇਹ ਗੱਲ ਕਹਿੰਦਾ, ਮੈਂ ਤੇਰੇ ਮੰਗਣ ਤੋਂ ਵੀ। ਬੋਲੋ ਹਾਲੇਲੂਇਆ। ਇਸ ਟਾਈਮ ਤੁਸੀਂ ਕਿਹੜੀ ਹਾਲਾਤ 'ਚ ਬੈਠੇ ਆ? ਯਿਸੂ ਮਸੀਹ ਨੂੰ ਸਭ ਪਤਾ। ਯਿਸੂ ਮਸੀਹ ਦੇਖ ਰਹੇ ਆ, ਸਿਰਫ ਉਹਨੇ ਸਾਡੇ ਤੇ ਇੰਤਜ਼ਾਰ 'ਚ ਆ ਕਦੋਂ ਮੇਰੀ ਬੇਟੀ ਆਪਣੇ ਆਪ ਨੂੰ ਮੇਰੇ ਸਾਹਮਣੇ, ਕਦੋਂ ਮੇਰਾ ਬੇਟਾ ਆਪਣੇ ਆਪ ਨੂੰ ਮੇਰੇ ਸਾਹਮਣੇ ਅਰਪਣ ਕਰੇ, 100% ਸਮਰਪਣ ਕਰੇ ਤਾਂ ਮੈਂ ਇਹਦੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਾਂ। ਇਹ ਪੜ੍ਹੀਏ ਇਸ ਲਾਈਨ ਨੂੰ ਦੁਬਾਰਾ। ਇਹ ਬਹੁਤ ਅੱਛੀ ਆਸ਼ੀਸ਼ ਵਾਲੀ ਲਾਈਨ ਹੈ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ। ਬੋਲੋ ਹਾਲੇਲੂਇਆ। ਜੋ ਚਾਹੋ ਮੰਗੋ। ਹੁੰਦਾ ਕਿਉਂ ਨਹੀਂ? ਇੱਥੇ ਲਿਖਿਆ ਜੋ ਚਾਹੋ। ਅਸੀਂ ਮੰਗਦੇ ਬਹੁਤ ਕੁਛ ਆ ਪਰ ਮਿਲਦਾ ਨਹੀਂ। ਉਹਦਾ ਕਾਰਨ ਇਹ ਆ ਕਿ ਉਹਦੀਆਂ ਗੱਲਾਂ ਸਾਡੇ ਵਿੱਚ ਅਸੀਂ ਤੇ ਕਬਰਾਂ ਬਣੀਆਂ, ਮੁਰਦੇ ਆ, ਅਸੀਂ ਮਰੇ ਹੋਏ, ਈਮਾਨ ਵਿੱਚ ਮਰ ਚੁੱਕੇ ਆ, ਵਿਸ਼ਵਾਸ ਵਿੱਚ ਜੀਂਦੇ ਨਹੀਂ ਆ, ਵਿਸ਼ਵਾਸ ਵਿੱਚ ਦੋਗਲਾਪਨ ਆ ਚੁੱਕਾ ਆ, ਜ਼ਿੰਦਗੀ ਦੇ ਵਿੱਚ ਮਿਲਾਵਟ ਹੋ ਚੁੱਕੀ ਆ। ਫਿਰ ਅਸੀਂ ਲੱਭਦੇ ਆ ਬਰਕਤਾਂ। ਅੱਗੇ ਪੜ੍ਹੀਏ ਜਰਾ। ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ। ਹਾਂ, ਮੇਰੇ ਪਿਤਾ ਦੀ ਵਡਿਆਈ ਕਾਹਦੇ 'ਚ ਹੁੰਦੀ ਆ? ਕਿ ਉਹ ਬਹੁਤਾ ਫਲ ਦੇਣ। ਫਲ ਕੌਣ ਦਊਗਾ? ਜਿਹੜਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਾਹਮਣੇ ਰੱਖੂਗਾ ਉਹ ਫਲ ਲੈ ਕੇ ਆਊਗਾ। ਜਿਹੜਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਖਾਲੀ ਕਰ ਦਊਗਾ, ਆਪਣੇ ਆਪ ਨੂੰ ਮਾਰ ਦਊਗਾ, ਉਹਦੇ ਵਿੱਚੋਂ ਫਲ ਨਿਕਲੂਗਾ, ਉਹਦੇ ਵਿੱਚੋਂ ਫਲ ਨਿਕਲ ਕੇ ਉੱਗੂਗਾ। ਹਾਂ ਅੱਗੇ।
ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ। ਹੁਣ ਆਪਣੇ ਯਿਸੂ ਮਸੀਹ ਕਹਿੰਦਾ ਮੇਰੇ ਪਿਤਾ ਦੀ ਵਡਿਆਈ ਕਾਹਦੇ 'ਚ ਆ? ਇਸੇ ਤੋਂ। ਕਾਹਦੇ ਵਿੱਚ? ਪੜੋ। ਜੋ ਤੁਸੀਂ ਬਹੁਤਾ ਫਲ ਦਿਓ। ਕਿ ਜੋ ਤੁਸੀਂ ਅਗਰ ਪਰਮੇਸ਼ਵਰ ਦੀ ਵਡਿਆਈ ਹੋਣੀ ਆ ਤੇ ਕਾਹਦੇ ਤੋਂ ਹੋਣੀ ਆ? ਵਿਸ਼ਵਾਸੀ ਕੀ ਲੈ ਕੇ ਆਉਣ? ਫਲ ਲੈ ਕੇ ਆਉਣ। ਤੇ ਅੱਜ ਦੇ ਵਿਸ਼ਵਾਸੀ ਕੀ ਲੈ ਕੇ ਆਉਂਦੇ ਆ? ਲੜਾਈਆਂ, ਝਗੜੇ, ਕਲੇਸ਼, ਬਿਮਾਰੀਆਂ, ਬਦਰੂਹਾਂ ਨੂੰ ਲੈ ਕੇ ਆਉਂਦੇ। ਉਹ ਕੀ ਕਹਿੰਦਾ ਪਰਮੇਸ਼ਵਰ? ਕੀ ਲੈ ਕੇ ਆਓ? ਫਲ ਸਾਨੂੰ ਲੱਗਦੇ ਨਹੀਂ ਕਿਉਂਕਿ ਅਸੀਂ ਫਲਾਂ ਵਾਲੇ ਬਣੇ ਨਹੀਂ। ਅਸੀਂ ਫਲਾਂ ਵਾਲੇ ਨਾ ਰਵਾਂਗੇ ਤੇ ਫਲਵੰਤ ਬਣਾਂਗੇ। ਹੁਣ ਪ੍ਰਭੂ ਮੁਰਦਿਆਂ ਵਿੱਚ ਨਹੀਂ ਰਹਿੰਦਾ। ਹੁਣ ਪ੍ਰਭੂ ਕਿੱਥੇ ਰਹਿੰਦੇ ਆ? ਹਾਂਜੀ, ਉਹ ਤੇ ਜੀਵਦਿਆਂ 'ਚ ਚਲਾ ਗਿਆ। ਉਹ ਤੇ ਕਬਰ ਨੂੰ ਛੱਡ ਆਇਆ ਹੈ। ਉਹ ਤੇ ਕਬਰ ਵਿੱਚੋਂ ਨਿਕਲ ਆਇਆ ਹੈ। ਉਹ ਤੇ ਕਬਰ ਨੂੰ ਤਿਆਗ ਆਇਆ ਹੈ। ਉਹ ਤੇ ਮੌਤ ਤੋਂ ਵੀ ਪਤਾ ਪਾ ਕੇ ਆ ਗਿਆ। ਅੱਜ ਪਰਮੇਸ਼ਵਰ ਜੀਂਦਿਆਂ 'ਚ ਜੇ ਜੀਂਦੇ ਹੋਵੋਗੇ ਤਾਂ ਪਰਮੇਸ਼ਵਰ ਤੁਹਾਡੇ ਵਿੱਚ ਰਹੂਗਾ। ਜੇ ਤੁਸੀਂ ਮਰ ਗਏ ਹੋਏ ਆ, ਪਾਪ ਵਿੱਚ ਚਲੇ ਗਏ ਹੋਏ ਆ, ਖਤਮ ਹੋ ਚੁੱਕੇ ਆ, ਵਿਸ਼ਵਾਸ ਤੋਂ ਡਿੱਗ ਚੁੱਕੇ ਆ, ਤਾਂ ਭੁਲੇਖਾ ਨਾ ਰੱਖੋ ਕਿ ਪਰਮੇਸ਼ਵਰ ਤੁਹਾਡੇ ਵਿੱਚ। ਫਿਰ ਡੰਮੀ ਆ। ਡੰਮੀ ਸਮਝਦੇ? ਡੰਮੀ ਦੇਖੀ ਜਿਹੜੀ ਉਹ ਦੁਕਾਨਾਂ ਤੇ ਵੱਡੀਆਂ ਵੱਡੀਆਂ ਲੱਗੀਆਂ ਹੁੰਦੀਆਂ, ਉਹਨਾਂ ਨੇ ਟੀ-ਸ਼ਰਟਾਂ ਪਾ ਕੇ ਐ ਕਰਕੇ ਸੋਹਣੇ ਕਰਕੇ ਖੜੇ ਕੀਤੇ ਹੁੰਦੇ, ਸਾੜੀਆਂ ਲਾ ਕੇ ਐ ਕਰਕੇ। ਦੇਖਿਆ ਉੱਥੇ ਉਹ ਡੰਮੀ ਪੂਰਾ ਸਰੀਰ ਬਣਾਇਆ ਹੁੰਦਾ ਪਰ ਉਹਨਾਂ 'ਚ ਸਾਹ ਨਹੀਂ। ਕਈ ਉਹਨਾਂ ਨੂੰ ਦੇਖ ਕੇ ਡੋਲੇ ਡੋਲੇ ਉਹਨਾਂ ਦੇ ਤਕੜੇ ਬਣਾਏ ਹੁੰਦੇ, ਉਹਨਾਂ ਨੂੰ ਦੇਖ ਕੇ ਟੀ-ਸ਼ਰਟ ਲੈ ਲੈਣਗੇ। ਆ ਟੀ-ਸ਼ਰਟ ਬਹੁਤ ਸੋਹਣੀ, ਮੈਂ ਲੈਣੀ। ਉਹਨਾਂ ਦੇ ਫਸੀ ਹੁੰਦੀ ਤੇ ਮੁੜ ਕੇ ਸਾਡੇ ਵਰਗਿਆਂ ਦੇ ਪਾ ਕੇ ਟੀ-ਸ਼ਰਟ ਮੁੜ ਕੇ ਤੇ ਸ਼ੀਸ਼ੇ 'ਚ ਦੇਖਣਗੇ ਕਿ ਜੱਚਣੀ ਕਿੱਥੋਂ? ਉਹ ਤੇ ਉਹ ਤਕੜਾ ਬਣਾਇਆ ਹੁੰਦਾ। ਸੋ ਉਹਨਾਂ ਨੇ ਸਰੀਰ ਬਣਾਇਆ ਹੁੰਦਾ ਪਰ ਉਹਦੇ ਵਿੱਚ ਸਾਹ ਅੱਜ ਏਦਾਂ ਦੇ ਵਿਸ਼ਵਾਸੀ ਹੈਗੇ ਆ ਔਰ ਉਹਨਾਂ ਕੋਲ ਬਾਈਬਲ ਵੀ ਹੁੰਦੀ ਹੱਥ ਵਿੱਚ, ਕੱਪੜੇ ਵੀ ਵਧੀਆ ਪਾ ਕੇ, 2-4 ਗੀਤ ਵੀ ਗਾਣੇ ਆਉਂਦੇ ਹੁੰਦੇ ਆ ਪਰ ਅੰਦਰ ਆਤਮਾ ਕਲੇਸ਼ ਨਾਲ ਭਰੇ ਹੁੰਦੇ। ਉਹ ਤਾਂ ਲੱਭਦੇ ਫਿਰਦੇ ਆ ਕਿ ਜਿਹੜਾ ਕੋਈ ਮਿਲ ਜਾਏ ਆਪਣਾ ਗੁੱਸਾ ਸਾਰਾ ਉੱਤੇ ਹੀ ਲਾ। ਖਿਜੇ ਖਜਾਏ ਵੱਟ ਖਾਣ ਨੂੰ ਪੈਂਦੇ ਆ, ਲੜਨ ਨੂੰ ਪੈਂਦੇ ਆ, ਇੱਕ ਦੀਆਂ 10 ਸੁਣਾ ਕੇ ਚੈਨ ਮਿਲਦੀ ਆ। ਹਰ ਵਕਤ ਮੂੰਹ ਤੇ ਗੁੱਸਾ 12 ਵਜੇ ਰਹਿੰਦੇ ਆ ਵੱਜਣੀ ਵਾਲੇ। ਹਰ ਵਕਤ ਮੂੰਹ ਤੇ 12 ਵਜੇ ਰਹਿੰਦੇ, ਮੱਥੇ ਤੇ ਤੀੜੀਆਂ, ਗੁੱਸਾ, ਦੂਸਰੇ 'ਚ ਕਮੀਆਂ ਕੱਢੀ ਜਾਣੀਆਂ, ਲੜਾਈਆਂ, ਝਗੜੇ, ਬਦਮਸਤੀਆਂ, ਚੁਗਲੀਆਂ, ਨਿੰਦਿਆ, ਫਰੇਬ। ਇਹਦੇ ਵਿੱਚ ਰਹਿ ਕੇ ਲੋਕ ਕਹਿਣਗੇ ਇਹ ਪਰਮੇਸ਼ਵਰ ਮੈਨੂੰ ਬਰਕਤ ਦਵੀ, ਇਹ ਪਰਮੇਸ਼ਵਰ ਮੈਨੂੰ ਵਧਾਵੀਂ। ਭੁਲੇਖਾ ਨਾ ਰੱਖੋ, ਆ ਚੀਜ਼ਾਂ ਨੂੰ ਬਰਕਤ ਨਾ ਸਮਝੀ ਜਾਓ। ਚੀਜ਼ਾਂ ਤਾਂ ਸਾਡੇ ਕੋਲ ਇੰਨੀਆਂ ਕਿਆ। ਇਦਾਂ ਦੇ ਵੀ ਲੋਕ ਆ ਜਿਹਨਾਂ ਕੋਲ ਚੀਜ਼ਾਂ ਦਾ ਪਤਾ ਹੀ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਵਰਗ ਰਾਜ ਜਾਣਗੇ। ਸਵਰਗ ਰਾਜ ਉਹਨੇ ਜਾਣਾ ਜਿਹੜਾ ਪਰਮੇਸ਼ਵਰ ਦੀ ਬਾਣੀ ਦੇ ਉੱਤੇ ਚੱਲਦਾ, ਜਿਹੜਾ ਪਰਮੇਸ਼ਵਰ ਦੀਆਂ ਗੱਲਾਂ ਤੇ ਅਮਲ ਕਰਦਾ। ਉਹਨੇ ਲਿਖਿਆ ਨਾ, ਜੋ ਕੁਝ ਮੰਗੋਗੇ ਸਭ ਕੁਝ ਹੋਊਗਾ। ਪਰ ਜੇ ਤੁਸੀਂ ਮੇਰੀਆਂ ਗੱਲਾਂ ਆਪਣੇ ਵਿੱਚ ਰੱਖੋਗੇ। ਯਾਦ ਰੱਖੋ, ਜਿਹੜੇ ਤੁਸੀਂ ਵੀ ਇੱਥੇ ਬੈਠੇ ਆ, ਜੇ ਤੁਹਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਵੀ ਤੁਸੀਂ ਕਰਦੇ ਆ ਅੱਜ ਹੀ ਸ਼ਾਮ ਤੱਕ ਪੂਰੀਆਂ ਹੋ ਸਕਦੀਆਂ। ਬੋਲੋ ਹਾਲੇਲੂਇਆ। ਪਰ ਇੱਕੋ ਹੀ ਦਰਸ਼ਨ ਰੱਖਣਾ ਕਿ ਉਹਦੀਆਂ ਗੱਲਾਂ ਕੀ ਆ? ਉਹਦੀਆਂ ਗੱਲਾਂ ਕੀ ਆ? ਕਿ ਜੇ ਕੋਈ ਤੇਰੇ ਇੱਕ ਗੱਲ ਤੇ, ਹੈਲੋ ਹੁਣ ਬੋਲੋ ਜਰਾ, ਜੇ ਕੋਈ ਤੇਰੀ ਇੱਕ ਗੱਲ ਤੇ ਤੂੰ ਉਹਦੇ 2-4 ਉਹਦੇ ਸਿਰ ਹੈ ਕੀ ਲਿਖਿਆ? ਉਹਦੀ ਵੀ ਆਪਣੀ ਸਾਈਡ, ਉਹ ਦੂਸਰੀ ਵੀ ਉਹਦੇ ਵੱਲ ਘੁਮਾ ਦੇ ਕਿ ਲੈ ਜੇ ਤੇਰਾ ਰੂਹ ਰਾਜੀ ਮੇਰੇ ਥੱਪੜ ਮਾਰ ਕੇ ਹੁੰਦਾ ਚੱਲ ਆ ਦੂਸਰਾ ਵੀ। ਇਹ ਉਹਦੀਆਂ ਗੱਲਾਂ ਨੇ। ਉਹਦੀਆਂ ਗੱਲਾਂ ਕੀ ਆ? ਪ੍ਰਭੂ ਯਿਸੂ ਮਸੀਹ ਦੇ ਮੂੰਹ ਤੇ ਵੀ ਥੁੱਕਿਆ, ਦਾੜੀ ਨੋਚੀ ਗਈ, ਬੇਇੱਜ਼ਤ ਕੀਤਾ ਗਿਆ, ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਨੇ ਇੱਕ ਗੱਲ ਆਖੀ, हे ਪਿਤਾ ਇਹਨਾਂ ਨੂੰ ਮਾਫ ਕਰ
करी क्योंकि ये नहीं करते। जो कुछ तुसी अज पूरी कायनात के अंदर इको ही लोगों की तमन्ना, इको ही दुआवां प्रार्थनावां कर दे, हे परमेश्वर मेरी इस गल नूं पूरा कर दे, हे परमेश्वर मेरी बीमारी तो चंगा कर दे, हे परमेश्वर मेरी आ चीज़ां पूरियां कर दे, हे परमेश्वर मेरे कर्जे तो मुक्त करा दे, मेरे बच्चों को सक्सेस करा दे, कामयाब करा दे, मैनूं किसी अच्छी कंट्री ते ले जा। इदां दीयां प्रार्थनावां दे नाल वड्डी वड्डी लिस्ट बना के रखी जाती। बाइबल च लिखिया तू जो कुछ मंगे सब कुछ पूरा होवेगा, पर जे तू मेरे विच रवे ते मेरियां गल्लां बोलो हालेलुया। सब कुछ पूरा होवेगा, उदास होने की लोड़ नहीं है। जो कुछ तुसी नहीं भी सोचा वो भी खुदा देगा। पर 15-7 में जरूर चेते रखिए। फिर पढ़िए 15-7। जो चाहो जे तुसी मेरे विच रहो, जे तुसी हेलो ये चेलियां नु कह रहे हो क्या ना, जाओ जाके चेला बनाओ, पिता पुत्र पुत्र आत्मा के नाम ते बपतिस्मा लियो, ते जिन्हां ने चेले बन चुके आ उन्हां नु कह रहा परमेश्वर। हां पढ़िए जो तुसी जे तुसी मेरे विच रहो अते मेरियां गल्लां तुहाडे विच रहन तां जो चाहो मंगो, मेरियां गल्लां तुहाडे विच रहन ते जो चाहो मंगो अते वो तुहाडे लिए हो जावेगा। बोलो हालेलुया। अते वो तुहाडे लिए आज रात तुसी कहोगे, आज दिन कहोगे, आज शाम को कहोगे, हाय परमेश्वर इस चीज की मैनूं जरूरत है, तू इंतजाम कर। खुदा फरिश्ता भेजूगा तुहाडे घर, अपना दूत परमेश्वर भेजूगा तुहाडे घर। पर कदों? पर जदों ओदियां गल्लां साडे विच रहणगीआं। ओदियां गल्लां ये आ, हे पिता ये नहीं जानदे इन्हां नूं की करदे। तुहानूं पता प्रभु यीशु मसीह नूं जदों फड़न वास्ते आए ते ओदा एक चेला बड़ा रहिंदा सी गुस्से विच। ਉਹਨੂੰ ਗੁੱਸਾ ਆਇਆ ਕਿ ਸਾਡੇ ਪ੍ਰਭੂ ਨੂੰ ਫੜਨ ਵਾਸਤੇ ਆਏ। ਉਹਨੇ ਤਲਵਾਰ ਕੱਢੀ ਤੇ ਉਹਦਾ ਕੀ ਕਰ ਦਿੱਤਾ? ਉਹਦਾ ਕੰਨ ਫੜਨਾ ਸੀ। ਪ੍ਰਭੂ ਯਿਸੂ ਮਸੀਹ ਨੇ ਕਿਹਾ ਆਪਣੀ ਤਲਵਾਰ ਆਪਣੇ ਮਿਆਨ ਵਿੱਚ ਰੱਖ, ਔਰ ਪ੍ਰਭੂ ਨੇ ਕੰਨ ਚੱਕਿਆ ਤੇ ਕੰਨ ਨਾਲ ਦੁਸ਼ਮਣ ਸੀ ਅਜੇ ਫੜਨ ਵਾਸਤੇ ਆਏ ਸੀ, ਉਹਨਾਂ ਦੇ ਖਿਲਾਫ ਸੀ। ਪਰ ਪ੍ਰਭੂ ਨੇ ਕਿਹਾ ਅਸੀਂ ਤਲਵਾਰ ਚਲਾਉਣ ਵਾਲੇ ਨਹੀਂ ਹਾਂ, ਅਸੀਂ ਤਲਵਾਰਾਂ ਨਾਲ ਵੱਢਣ ਵਾਲੇ ਨਹੀਂ ਹਾਂ, ਅਸੀਂ ਤਾਂ ਇਹਨਾਂ ਦਾ ਭਲਾ ਕਰਨ ਵਾਲੇ ਹਾਂ। ਬੋਲੋ ਹਾਲੇਲੂਇਆ। ਇਹ ਗੱਲਾਂ ਪ੍ਰਭੂ ਕਹਿੰਦੇ ਸਾਡੇ ਵਿੱਚ ਰਹਿ। ਅੱਜ ਤੇ ਕਲੀਸਿਆ ਵਾਲੇ ਭੱਜ ਭੱਜ ਪੈਂਦੇ। ਇੱਕ ਦਿਨ ਅਸੀਂ ਗੱਲਾਂ ਕੋਈ ਕਰਦੇ ਸੀ, ਉਹ ਕਿਤੇ ਆਊਟ ਸਟੇਟ ਦੇ ਵਿੱਚ ਕਿਸੇ ਪਾਸਟਰ ਸਾਹਿਬਾਨ ਦੇ ਉੱਤੇ ਹਮਲਾ ਕੀਤਾ, ਉਹਨਾਂ ਨੂੰ ਮਾਰ ਗਏ, ਕੁੱਟ ਗਏ, ਕਲੀਸਿਆ ਨੇ ਵੀ ਮਾਰ ਕੁੱਟ ਗਏ। ਤੇ ਸਾਡੇ ਪੰਜਾਬ ਵਿੱਚ ਵਾਲੇ ਇਦਾਂ ਕਹਿੰਦੇ ਆ ਕਿ ਲੈ ਕਹਿੰਦੇ ਸਾਡੇ ਆ ਕੇ ਦੇਖਣ, ਸਾਡੇ ਕੋਈ ਆ ਕੇ ਦੇਖੇ ਰੋਕਣ ਵਾਲਾ। ਅਸੀਂ ਤੇ ਉਹਨਾਂ ਨੂੰ ਇੱਥੋਂ ਅਸੀਂ ਉਹਨਾਂ ਨੂੰ ਖਾਲੀ। ਪਰ ਪ੍ਰਿਯੋ ਯੀਸ਼ੂ ਮਸੀਹ ਨੇ ਆਪਣੇ ਚੇਲੇ ਨੂੰ ਸਿੱਖਿਆ ਦਿੱਤੀ, ਕੰਨ ਵੱਢ ਕੇ ਕੁਝ ਵੀ ਨਹੀਂ ਮਿਲਣਾ, ਇਹਦਾ ਕੰਨ ਉੱਥੇ ਲਾ ਦਿਓ, ਕਿਉਂਕਿ ਸਾਡੀ ਸਿੱਖਿਆ ਨਹੀਂ ਕਿ ਕਿਸੇ ਦੇ ਨਾਲ ਬੁਰੇ ਵਾਲੇ ਦੇ ਨਾਲ ਬੁਰਾ ਕੀਤਾ ਜਾਵੇ। ਜੇ ਤੁਸੀਂ ਚਾਹੁੰਦੇ ਕਿ ਸਾਡੀਆਂ ਗੱਲਾਂ ਪੂਰੀਆਂ ਹੋਣ, ਜੇ ਤੁਸੀਂ ਚਾਹੁੰਦੇ ਕਿ ਮੈਂ ਬਿਮਾਰੀ ਤੋਂ ਚੰਗਾ ਹੋ ਜਾਵਾਂ, ਜੇ ਤੁਸੀਂ ਚਾਹੁੰਦੇ ਕਿ ਮੇਰੀਆਂ ਲੋੜਾਂ ਪੂਰੀਆਂ ਹੋ ਜਾਣ, ਜੇ ਤੁਸੀਂ ਚਾਹੁੰਦੇ ਕਿ ਸਾਨੂੰ ਸ਼ਾਂਤੀ ਮਿਲ ਜਾਏ, ਤੇ ਉਹਦੀਆਂ ਗੱਲਾਂ ਨੂੰ ਆਪਣੇ ਵਿੱਚ ਰੱਖ ਲਓ ਤੇ ਉਹਦੀਆਂ ਗੱਲਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿਓ। ਹੁਣ ਤੇ ਪਵਿੱਤਰ ਆਤਮਾ ਪਾਏ ਹੋਏ ਵੀ ਇਦਾਂ ਰਹਿੰਦੇ ਆ ਵੀ ਉਹ ਬਹੁਤ ਉਹਨਾਂ ਦੇ ਅੰਦਰ ਗੁੱਸਾ ਭਰਿਆ, ਬਹੁਤ ਕਲੇਸ਼, ਹਰ ਵਕਤ ਤਿਆਰੀ ਦੇ ਵਿੱਚ ਦੁਸ਼ਮਣ ਵਾਂਗੂ ਕਿ ਕੋਈ ਆਵੇ ਸਹੀ ਅਸੀਂ ਉਹਨੂੰ ਵੱਢ ਕੇ ਰੱਖ ਦੇਣਾ। ਉਹ ਕਹਿੰਦਾ ਜੋ ਕੁਛ ਮੰਗੋ ਤੁਹਾਡੇ ਲਈ, ਪਰ ਰੱਖਣਾ ਕੀ ਅੰਦਰ? ਹੈਲੋ, ਅੰਦਰ ਕੀ ਰੱਖਣਾ? ਹਾਂਜੀ, ਉਹਦੀਆਂ ਗੱਲਾਂ। ਅੱਗੇ ਪੜ੍ਹੀਏ। ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਪੜ੍ਹਦੇ ਹੋ ਔਰ ਉਹ ਤੁਸੀਂ ਮੇਰੇ ਚੇਲੇ ਹੋਵੋਗੇ। ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ। ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ, ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਹਦੇ ਪ੍ਰੇਮ ਵਿੱਚ ਰਹਿੰਦਾ ਹਾਂ। ਉਹ ਕਹਿੰਦਾ ਜਿੱਦਾਂ ਮੈਂ
ਆਪਣੇ ਪਿਤਾ ਦੇ ਹੁਕਮਾਂ ਦੀ ਕੀ ਕੀਤੀ ਆ? ਕਿੱਦਾਂ ਕੀਤੀ ਪ੍ਰਭੂ ਨੇ ਪਾਲਣਾ? ਉਹਦੇ ਹੁਕਮਾਂ 'ਚ ਰਹਿ ਕੇ। ਕੀ ਹੁਕਮ ਸੀ? ਕਿ ਮੌਤ ਤੱਕ ਵੀ ਕੀ ਰਹਿਣਾ ਹੈ? ਕੋੜੇ ਖਾਦੇ, ਮਾਰ ਖਾਦੀ, ਲਹੂ ਬਹਾਇਆ, ਮੂੰਹ ਤੇ ਥੁਕਵਾਇਆ, ਪਰ ਉਹਨੇ ਜਵਾਬ ਤੱਕ ਪਿਲਾਤੂਸ ਨੇ ਵੀ ਕਿਹਾ ਕਿ ਤੂੰ ਕੋਈ ਆਪਣੇ ਪੱਖ ਵਿੱਚ ਬੋਲਣਾ ਚਾਹੁੰਦਾ ਹੈ, ਆਪਣੇ ਬਾਰੇ ਵਿੱਚ ਬੋਲਣਾ ਚਾਹੁੰਦਾ ਹੈ? ਪ੍ਰਭੂ ਉੱਥੇ ਵੀ ਕੀ ਰਹੇ? ਕਿਉਂਕਿ ਪ੍ਰਭੂ ਨੇ ਕਿਹਾ ਮੇਰਾ ਰਾਜ ਇਸ ਧਰਤੀ ਦਾ ਨਹੀਂ ਕਿ ਮੇਰੀਆਂ ਵੀ ਫੌਜਾਂ ਆਉਣ ਤੇਰਾ ਨਾਲ ਲੜਨ। ਮੇਰਾ ਰਾਜ ਧਰਤੀ ਦਾ ਨਹੀਂ, ਮੇਰਾ ਰਾਜ ਸਵਰਗ ਰਾਜ ਆ। ਕਿਉਂਕਿ ਮੈਂ ਬਦਲਾ ਲੈਣ ਦੀ ਸਿੱਖਿਆ ਨਾ ਦਿੱਤੀ ਤੇ ਨਾ ਮੈਂ ਕਰਨੀ। ਜਿੱਦਾਂ ਮੇਰੇ ਨਾਲ ਮੇਰਾ ਪਿਤਾ ਪ੍ਰੇਮ ਕਰਦਾ, ਏਦਾਂ ਮੈਂ ਤੁਹਾਡੇ ਨਾਲ ਪ੍ਰੇਮ ਕਰਦਾ, ਔਰ ਤੁਸੀਂ ਵੀ ਉਸ ਪ੍ਰੇਮ ਦੇ ਵਿੱਚ ਬਣੇ ਰਹੀਓ। ਤੇ ਉਹ ਪ੍ਰੇਮ ਸਾਡਾ ਕਿੱਥੇ ਹੈ? ਉਹ ਪ੍ਰੇਮ ਤਾਂ ਸਾਡਾ ਮਿੰਟੋ ਮਿੰਟ ਗਾਇਬ ਹੋ ਜਾਂਦਾ। ਇੱਕ ਵਿਸ਼ਵਾਸੀ ਭਾਈ ਤੇ ਇੱਕ ਵਿਸ਼ਵਾਸੀ ਭੈਣ ਦੀ ਜ਼ਿੰਦਗੀ ਦੂਸਰਿਆਂ ਨਾਲੋਂ ਕੀ ਹੋਣੀ ਚਾਹੀਦੀ ਹੈ? ਡਿਫਰੈਂਟ ਹੋਣੀ ਚਾਹੀਦੀ, ਅਲੱਗ ਹੋਣੀ ਚਾਹੀਦੀ। ਉਹਦੀਆਂ ਗੱਲਾਂ ਆਪਣੇ ਵਿੱਚ ਰੱਖੋ। ਹੁਣ ਮੁਰਦਿਆਂ ਵਿੱਚੋਂ ਖੁਦਾ ਨਹੀਂ ਲੱਭਦਾ, ਇਹਨਾਂ 'ਚ ਲੱਭਣਾ ਹੈ ਜੀ। ਜਿਹੜਾ ਤੇ ਵਿਸ਼ਵਾਸੀ ਜੀਂਦਾ ਹੋ ਉਹ ਤਾਂ ਦੀਨ ਹੋਊਗਾ, ਨਮਰ ਹੋਊਗਾ। ਜਿਹੜਾ ਵਿਸ਼ਵਾਸੀ ਜੀਂਦਾ ਨਹੀਂ ਹੋਇਆ, ਆਤਮਾ ਵਿੱਚ ਨਹੀਂ ਜੀਂਦਾ, ਤੇ ਉਹਦੇ ਵਿੱਚੋਂ ਤੁਹਾਨੂੰ ਦੁਨੀਆਦਾਰੀ ਦੇ ਬੁਰੇ ਕੰਮ ਉੱਥੋਂ ਹਿਸਾਬ ਲਾ ਲਿਆ ਕਰੋ ਕਿ ਇਹਦੇ ਵਿੱਚ ਪਰਮੇਸ਼ਵਰ ਨਹੀਂ ਹੈ। ਅੱਗੇ ਪੜ੍ਹੀਏ। ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਹਦੇ ਪ੍ਰੇਮ ਵਿੱਚ ਰਹਿੰਦਾ ਹਾਂ, ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਹਾਂ, ਉਹ ਕਹਿੰਦਾ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਇਹਦਾ ਮਤਲਬ ਪਰਮੇਸ਼ਵਰ ਸਾਡੀਆਂ ਸਭਨਾਂ ਦੀਆਂ ਖੁਸ਼ੀਆਂ ਪੂਰੀਆਂ ਕਰਨਾ ਚਾਹੁੰਦਾ ਹੈ। ਬੋਲੋ ਹਾਲੇਲੂਇਆ। ਪਰ ਕਿੱਦਾਂ ਕਰਨਾ ਚਾਹੁੰਦਾ? ਜੇ ਅਸੀਂ ਉਹਦੇ ਵਿੱਚ ਬਣੇ ਰਹੀਏ, ਜੇ ਉਹਦੇ ਵਿੱਚ ਕਾਇਮ ਆ, ਤੇ ਤੁਹਾਡੀਆਂ ਖੁਸ਼ੀਆਂ ਯਹੋਵਾ ਪਰਮੇਸ਼ਰ ਪੂਰੀਆਂ ਕਰੂਗਾ। ਤੁਸੀਂ ਇੱਕ ਨਾ ਲਿਸਟ ਲਿਖ ਸਕਦੇ ਆਪਣੀ ਬਾਈਬਲ ਵਿੱਚ, ਰੱਖ ਲਓ ਮੇਰੀਆਂ ਆਹ ਖੁਸ਼ੀਆਂ ਪੂਰੀਆਂ ਪ੍ਰਭੂ ਕਰ ਦੇ। ਰੋਜ਼ ਉਹਨਾਂ ਗੱਲਾਂ ਨੂੰ ਲਿਖ ਕੇ ਦੁਆ ਕਰੋ ਤੇ ਇਹ ਚੈੱਕ ਕਰਨਾ ਸ਼ੁਰੂ ਕਰੋ ਕਿਹੜੀ ਗੱਲ ਮਸੀਹ ਦੀ ਮੇਰੇ ਵਿੱਚ ਨਹੀਂ ਆ, ਉਸ ਗੱਲ ਨੂੰ ਮੈਂ ਆਪਣੇ ਵਿੱਚ ਲੈਣਾ ਆ, ਤੇ ਤੁਹਾਡੀਆਂ ਉਹ ਖੁਸ਼ੀਆਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਜਿੱਦਾਂ ਜਿੱਦਾਂ ਪੂਰੀਆਂ ਹੋਈ ਜਾਣ ਉਦਾਂ ਉਦਾਂ ਕੱਟੀ ਜਾਓ, ਜਿਹੜੀਆਂ ਰਹਿ ਗਈਆਂ ਉਹਨਾਂ ਦੀ ਦੁਆ ਕਰਨੀਆਂ ਸ਼ੁਰੂ ਕਰ ਦਿਓ। ਅਵශ්‍ය ਖੁਦਾ ਤੁਹਾਡੇ ਇਸ ਕੰਮ ਦੇ ਉੱਤੇ ਬਰਕਤ ਦੇਊਗਾ। ਬੋਲੋ ਹਾਲੇਲੂਇਆ। ਪਰ ਚੱਕਰ ਇਹ ਆ ਕਿ ਗੱਲਾਂ ਉਹਦੀਆਂ ਨੂੰ ਕੀ ਕਰਨਾ? ਗੱਲਾਂ ਉਹਦੀਆਂ ਨੂੰ ਹਰ ਰੋਜ਼ ਬਾਈਬਲ ਦੇ ਮੁਤਾਬਕ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ, ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ, ਸਾਨੂੰ ਉਪਵਾਸ ਰੱਖਣਾ ਚਾਹੀਦਾ ਹੈ, ਔਰ ਸਾਨੂੰ ਹਰ ਹਫਤੇ ਹਰ ਹਫਤੇ ਕੀ ਕਰਨੀ ਚਾਹੀਦੀ ਹੈ? ਸੰਗਤੀ ਕਰਨੀ ਚਾਹੀਦੀ। ਇਹ ਹੁਕਮ ਹੈ ਪਰਮੇਸ਼ਵਰ, ਉਹਦੀਆਂ ਗੱਲਾਂ। ਜਿਹੜੇ ਚੇਲਿਆਂ ਨੇ ਉਹਦੀਆਂ ਗੱਲਾਂ ਨੂੰ ਪੂਰਾ ਕੀਤਾ। ਜਦੋਂ ਅਸੀਂ ਰਸੂਲਾਂ ਦੇ ਕਿਤਾਬ ਪੜ੍ਹਦੇ ਹਾਂ, ਉੱਥੇ ਸਟੀਫਨਸ ਦੇ ਬਾਰੇ ਵਿੱਚ ਦੇਖਦੇ ਹਾਂ, ਹੋਰ ਵੀ ਪਰਮੇਸ਼ਵਰ ਦੇ ਕਈ ਰਸੂਲਾਂ ਦੇ ਬਾਰੇ ਦੇਖਦੇ ਹਾਂ। ਉਹਨਾਂ ਨੇ ਪਥਰਾਵ ਹੋ ਗਿਆ, ਉਹਨਾਂ ਉੱਤੇ ਪੱਥਰ ਖਾਧੇ, ਪਰ ਉਹਨਾਂ ਨੇ ਵੀ ਮੁੜ ਕੇ ਜਵਾਬ ਏਦਾਂ ਹੀ ਮਾਰ ਗਿਆ, ਏਦਾਂ ਚਲਾ ਗਿਆ। ਲਿਖਿਆ ਉਹਨੇ ਅੱਖਾਂ ਚੱਕ ਕੇ ਦੇਖਿਆ, ਪਰਮੇਸ਼ਵਰ ਸਵਰਗ ਖੁੱਲਾ ਹੋਇਆ ਦੇਖਿਆ, ਉੱਤੇ ਪੱਥਰ ਮਾਰੇ ਗਏ, ਪਰ ਉਹਨੇ ਜਵਾਬ ਤੱਕ, ਕਿਉਂਕਿ ਪਰਮੇਸ਼ਵਰ ਦੀਆਂ ਗੱਲਾਂ ਉਹਦੇ ਵਿੱਚ। ਤੇ ਅੱਜ ਦੇ ਵਿਸ਼ਵਾਸੀਆਂ ਦੇ ਵਿੱਚ ਕੀ ਹੈ? ਗੱਲਾਂ ਦੇ ਨਾਲ ਨਾਲ ਕੁਝ ਹੋਰ ਵੀ ਰੱਖਿਆ ਹੁੰਦਾ। ਪਰਮੇਸ਼ਵਰ ਦੀਆਂ ਇੱਕ ਪਾਸੇ ਪਰਮੇਸ਼ਵਰ ਦੀਆਂ ਗੱਲਾਂ ਤੇ ਇੱਕ ਪਾਸੇ ਸਾਰੇ ਦੁਨੀਆਦਾਰੀ ਦੀਆਂ ਗੱਲਾਂ ਦਾ ਢੇਰ ਲਾ ਕੇ ਰੱਖਿਆ ਹੁੰਦਾ। ਫਿਰ ਐਡੇ ਇੱਕ ਫੁੱਲ ਕੇ ਨਾ ਉਹਦੇ ਨਾਲ ਤੇ ਕਹਿਣਗੇ ਪਤਾ ਨਹੀਂ ਕੀ ਗੱਲ ਹੋ ਗਈ, ਸੋਚ ਜੀ ਪੈ ਗਈ। ਸੋਚ ਇਸ ਕਰਕੇ ਪੈ ਗਈ ਕਿਉਂਕਿ ਅੰਦਰ ਕੀ ਆ ਗਿਆ ਹੈ? ਪਾਪ ਨੇ ਜਗ੍ਹਾ ਕਰ ਲਈ। ਬਿਮਾਰੀਆਂ ਤਾਂ ਲੱਗ ਗਈਆਂ ਕਿਉਂਕਿ ਪਾਪ ਵੱਧ ਗਿਆ, ਇਨਫੈਕਸ਼ਨ ਵੱਧ ਗਈ ਪਾਪ ਦੀ। ਬਿਮਾਰੀਆਂ ਤੇ ਬਿਮਾਰੀਆਂ ਸਾਡੇ ਪਾਪ ਤੇ ਗੁਨਾਹ ਇਹਨਾਂ ਬਿਮਾਰੀਆਂ ਨੂੰ ਲੈ ਕੇ ਆਉਂਦੇ। ਜਦੋਂ ਪਾਪ ਤੇ ਗੁਨਾਹ ਛੱਡ ਦਿੱਤੇ, ਬਿਮਾਰੀ ਦੀ ਔਕਾਤ
नहीं कि साडे विच रहे, उन्हें छड्ड के चले जाना। बोलो हालेलुया। प्रियो, प्रभु यीशु मसीह आज कबर विच नहीं आ। प्रभु यीशु मसीह आज जिंदा खुदा, जिंदा परमेश्वर मेरी अते तुहाडी प्रार्थना नूं सुणदा है। ओनू मुर्दियां विचों ना लभो, वो जींदियां विच वास करदा है। अगर तुसी मुर्दा हो गए आ, अगर तुसी पाप विच चले गए आ, आज तुहाडे को समा है कि अपने पाप नूं मन के छड्ड दईए। देखो उसे टाइम यहोवा परमेश्वर अपनी बरकत नूं रिलीज करूगा। अगर तुसी बीमार आ ते बीमारी चों कड्डूगा, अगर तुसी कर्जदार आ ते कर्जे थल्लों कड्डूगा, अगर तुसी परेशान आ ते परेशानी विचों कड्डूगा, अगर किसी भी मुश्किल विच आ आज ही यहोवा परमेश्वर तुहानू मुश्किल विचों कड्डूगा। क्योंकि तुसी अपने आप नू परमेश्वर के सामने रख दईए और कहिए, हाँ परमेश्वर मेरे को मिस्टेक हुई, मेरे को पाप होया, मेरे को गुनाह होया, मैनू क्षमा कर, मैनू माफ कर, मेरा जीवन मैं तेनू दे दिंदा।